ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕਰੋਨਾ ਦੀ ਤੀਜੀ ਲਹਿਰ ਰੋਕਣ ਲਈ ਪੰਜਾਬ ਸਰਕਾਰ ਨੇ ਲਏ ਵੱਡੇ ਫੈਸਲੇ। ਸੂਬੇ ਅੰਦਰ ਦਾਖਲ ਹੋਣ ਵਾਲਿਆਂ ਲਈ ਕਰੋਨਾ ਨੈਗੇਟਿਵ ਰਿਪੋਰਟ ਕੀਤੀ ਲਾਜ਼ਮੀ। ਸਕੂਲਾਂ 'ਚ ਕਰੋਨਾ ਰੋਕੂ ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣ ਵਾਲੇ ਅਧਿਆਪਕਾਂ ਨੂੰ ਹੀ ਹੋਵੇਗੀ ਪੜਾਉਣ ਦੀ ਇਜਾਜ਼ਤ। 15 ਅਗਸਤ ਲਈ ਹਰਿਆਣਾ ਦੇ ਕਿਸਾਨਾਂ ਦਾ ਵੱਡਾ ਐਲਾਨ। ਕੁਰੂਕਸ਼ੇਤਰ ਤੋਂ ਸਿੰਘੂ ਬਾਰਡਰ ਤੱਕ ਤਿਰੰਗਾ ਯਾਤਰਾ ਕੱਢਣ ਦੀ ਕੀਤੀ ਤਿਆਰੀ। ਪੰਜਾਬ ਦੇ ਕਿਸਾਨ ਵੀ ਆਪੋ ਆਪਣੀਆਂ ਗੱਡੀਆਂ ਤੇ ਟਰੈਕਟਰਾਂ ਤੇ ਲਗਾਉਣਗੇ ਤਿਰੰਗੇ ਝੰਡੇ। ਕਿਸਾਨਾਂ ਨੇ ਭਾਜਪਾ ਤੋਂ ਲਿਆ ਲਾਲ ਕਿਲੇ ਦਾ ਬਦਲਾ। ਲੁਧਿਆਣਾ ਦੇ ਵਿਸ਼ਕਰਮਾ ਚੌਂਕ ਤੋਂ ਉਤਰਵਾਏ ਭਾਜਪਾ ਦੇ ਝੰਡੇ। ਕਿਸਾਨਾਂ ਨੇ ਕਿਹਾ ਭਾਜਪਾ ਨੂੰ ਆਜ਼ਾਦੀ ਦਿਹਾੜੇ ਤੇ ਆਪਣੀ ਪਾਰਟੀ ਦੇ ਝੰਡੇ ਲਹਿਰਾਉਣ ਦਾ ਨਹੀਂ ਕੋਈ ਅਧਿਕਾਰ। ਅਟਾਰੀ ਵਾਗਾ ਸਰਹੱਦ ਤੇ BSF ਤੇ ਪਾਕਿਸਤਾਨ ਰੇਂਜਰਸ ਨੇ ਕੀਤਾ ਮਠਾਈਆਂ ਦਾ ਆਦਾਨ ਪ੍ਰਦਾਨ। ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਤੇ ਰੇਂਜਰਸ ਨੇ ਵੰਡੀ ਮਠਿਆਈ। ਭਾਰਤ ਵੱਲੋਂ ਵੀ ਕੱਲ ਪਾਕਿਸਤਾਨ ਨਾਲ ਸਾਂਝੀ ਕੀਤੀ ਜਾਵੇਗੀ ਆਜ਼ਾਦੀ ਦੀ ਖੁਸ਼ੀ। ਅਤੇ ਹੈਰਾਨ ਹੋਏ ਰਾਜਾ ਵੜਿੰਗ ਦੇ ਘਰ ਧਰਨਾ ਦੇਣ ਪਹੁੰਚੇ ਅਧਿਆਪਕ। ਰਾਜਾ ਵੜਿੰਗ ਅਧਿਆਪਕਾਂ ਦੇ ਨਾਲ ਹੀ ਆਪ ਵੀ ਧਰਨੇ ਤੇ ਬੈਠੇ। ਅਧਿਆਪਕਾਂ ਦੀਆਂ ਮੰਗਾਂ ਨੂੰ ਰਾਜਾ ਵੜਿੰਗ ਨੇ ਸਰਕਾਰ ਅੱਗੇ ਰੱਖਣ ਦਾ ਦਿੱਤਾ ਭਰੋਸਾ। ਤੇ ਹੁਣ ਖਬਰਾਂ ਦਾ ਵਿਸਥਾਰ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਤੋਂ ਸੂਬੇ ਵਿੱਚ ਦਾਖਲ ਹੋਣ ਵਾਲੇ ਸਾਰੇ ਲੋਕਾਂ ਲਈ ਵਿਸ਼ੇਸ਼ ਕੋਵਿਡ ਟੀਕਾਕਰਨ ਸਰਟੀਫਿਕੇਟ ਜਾਂ ਨੈਗੇਟਿਵ RT-PCR ਰਿਪੋਰਟ ਲਾਜ਼ਮੀ ਕਰਨ ਦੇ ਆਦੇਸ਼ ਦਿੱਤੇ ਨੇ। ਹੁਕਮ ਵਿੱਚ ਹਿਮਾਚਲ ਪ੍ਰਦੇਸ਼ ਅਤੇ ਜੰਮੂ ਤੋਂ ਆਉਣ ਵਾਲੇ ਲੋਕਾਂ ਤੇ ਸਖਤ ਨਿਗਰਾਨੀ ਰੱਖਣ ਲਈ ਕਿਹਾ ਗਿਆ ਕਿਉਂਕਿ ਇਹਨਾਂ ਰਾਜਾਂ ਵਿੱਚ ਕਰੋਨਾ ਕੇਸ ਵੱਧ ਰਹੇ ਨੇ। ਨਵੀਆਂ ਪਾਬੰਦੀਆਂ ਪੰਜਾਬ 'ਚ ਸੜਕ, ਰੇਲ ਤੇ ਹਵਾਈ ਮਾਰਗ ਰਾਹੀਂ ਦਾਖਲ ਹੋਣ ਵਾਲਿਆਂ ਤੇ ਲਾਗੂ ਹੋਣਗੀਆਂ। ਸਕੂਲਾਂ ਵਿੱਚ ਕੋਵਿਡ ਦੇ ਮਾਮਲਿਆਂ ਸੰਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਅਧਿਆਪਕਾਂ ਤੇ ਨਾਨ ਟੀਚਿੰਗ ਸਟਾਫ ਨੂੰ ਦੋਵੇਂ ਟੀਕੇ ਲੱਗ ਚੁੱਕੇ ਨੇ ਉਹਨਾਂ ਨੂੰ ਸਕੂਲ ਅਤੇ ਕਾਲਜਾਂ ਵਿੱਚ ਪੜਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਬੱਚੇ ਆਨਲਾਈਨ ਪੜ੍ਹਾਈ ਜਾਰੀ ਰੱਖ ਸਕਦੇ ਨੇ। ਮੁੱਖ ਮੰਤਰੀ ਨੇ ਟੀਕਾਕਰਨ ਲਈ ਅਧਿਆਪਕਾਂ ਅਤੇ ਗੈਰ ਅਧਿਆਪਕ ਸਟਾਫ ਨੂੰ ਤਰਜੀਹ ਦੇਣ ਦੇ ਆਦੇਸ਼ ਦਿੱਤੇ ਨੇ ਤੇ ਇਸ ਲਈ ਵਿਸ਼ੇਸ਼ ਕੈਂਪ ਲਗਾਉਣ ਲਈ ਵੀ ਕਿਹਾ ਗਿਆ ਹੈ। ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਭਲਕੇ ਆਜ਼ਾਦੀ ਦਿਹਾੜੇ ਵਾਲੇ ਦਿਨ ਕੁਰੂਕਸ਼ੇਤਰ ਤੋਂ ਦਿੱਲੀ ਤੱਕ ਤਿਰੰਗਾ ਯਾਤਰਾ ਕੱਢਣ ਦਾ ਐਲਾਨ ਕੀਤਾ ਹੈ। ਇਸ ਤਿਰੰਗਾ ਯਾਤਰਾ 'ਚ ਕੁਰੂਕਸ਼ੇਤਰ ਦੇ ਨਾਲ ਹੀ ਕਰਨਾਲ, ਪਾਣੀਪਤ ਤੇ ਸੋਨੀਪਤ ਦੇ ਕਿਸਾਨ ਵੀ ਆਪੋ ਆਪਣੀਆਂ ਗੱਡੀਆਂ ਲੈ ਕੇ ਸ਼ਾਮਲ ਹੋਣਗੇ। ਇਹ ਤਿਰੰਗਾ ਯਾਤਰਾ ਦਿੱਲੀ ਦੇ ਸਿੰਘੂ ਬਾਰਡਰ ਤੱਕ ਕੱਢੀ ਜਾਵੇਗੀ। ਚੜੂਨੀ ਮੁਤਾਬਕ ਭਾਜਪਾ ਵੱਲੋਂ ਵੀ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਪਰ ਆਜ਼ਾਦੀ ਦੀ ਲੜਾਈ 'ਚ ਉਸ ਦਾ ਕੋਈ ਯੋਗਦਾਨ ਨਾ ਹੋਣ ਕਾਰਨ ਭਾਜਪਾ ਨੂੰ ਇਹ ਯਾਤਰਾ ਕੱਢਣ ਦਾ ਕੋਈ ਅਧਿਕਾਰ ਨਹੀਂ ਹੈ। ਦੱਸਦੀ ਕਿ ਕਿਸਾਨਾਂ ਦੀ ਤਿਰੰਗਾ ਯਾਤਰਾ ਖੇਤਰ ਦੇ ਪਿਪਲੀ ਚੌਂਕ ਤੋਂ ਸ਼ੁਰੂ ਹੋਵੇਗੀ ਜਿੱਥੇ ਪਿਛਲੇ ਸਾਲ 10 ਸਤੰਬਰ ਨੂੰ ਪਹਿਲੀ ਵਾਰ ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ ਸੀ ਅਤੇ ਪੂਰੇ ਦੇਸ਼ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਨੇ ਜ਼ੋਰ ਫੜ ਲਿਆ ਸੀ। 15 ਅਗਸਤ ਨੂੰ ਆਜ਼ਾਦੀ ਦਿਹਾੜੇ ਵਾਲੇ ਦਿਨ ਕਿਸਾਨਾਂ ਵੱਲੋਂ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਦਿੱਲੀ ਤੱਕ ਤਿਰੰਗਾ ਯਾਤਰਾ ਕੱਢੀ ਜਾਵੇਗੀ। ਇਸ ਦਾ ਐਲਾਨ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕੀਤਾ। ਚੜੂਨੀ ਨੇ ਕਿਸਾਨਾਂ ਨੂੰ ਸਵੇਰੇ 9 ਵਜੇ ਕੁਰੂਕਸ਼ੇਤਰ ਦੇ ਪਿਪਲੀ ਚੌਂਕ ਵਿਖੇ ਪਹੁੰਚਣ ਦੀ ਬੇਨਤੀ ਕੀਤੀ ਜਿੱਥੇ 10 ਸਤੰਬਰ ਨੂੰ ਪਹਿਲੀ ਵਾਰ ਕਿਸਾਨਾਂ ਉੱਤੇ ਲਾਠੀ ਚਾਰਜ ਕੀਤਾ ਗਿਆ ਸੀ ਅਤੇ ਪੂਰੇ ਦੇਸ਼ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਨੇ ਜ਼ੋਰ ਫੜ ਲਿਆ ਸੀ। ਚੜੂਨੀ ਮੁਤਾਬਕ ਭਾਜਪਾ ਵੱਲੋਂ ਵੀ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਪਰ ਆਜ਼ਾਦੀ ਦੀ ਲੜਾਈ 'ਚ ਉਸ ਦਾ ਕੋਈ ਯੋਗਦਾਨ ਨਾ ਹੋਣ ਕਾਰਨ ਭਾਜਪਾ ਨੂੰ ਇਹ ਯਾਤਰਾ ਕੱਢਣ ਦਾ ਅਧਿਕਾਰ ਨਹੀਂ ਹੈ। ਚੜੂਨੀ ਨੇ ਕਿਹਾ ਕਿ ਕਿਸਾਨਾਂ ਦੀ ਤਿਰੰਗਾ ਯਾਤਰਾ 'ਚ ਕੁਰੂਕਸ਼ੇਤਰ ਦੇ ਨਾਲ ਹੀ ਕਰਨਾਲ, ਪਾਣੀਪਤ ਤੇ ਸੋਨੀਪਤ ਦੇ ਕਿਸਾਨ ਵੀ ਆਪਣੀਆਂ ਗੱਡੀਆਂ ਲੈ ਕੇ ਸ਼ਾਮਲ होंगे। साथियों, कल 15 अगस्त है, देश की आज़ादी का दिन है, लेकिन वास्तव में किसान आज़ाद नहीं हुआ है, हमें आर्थिक आज़ादी नहीं मिली है। और कल हमारा प्रदर्शन पूरे प्रदेश में है और पिपली किसान क्रांति चौक जहां सबसे पहले 10 सितंबर को किसानों पे लाठीचार्ज हुआ था, बहुत से किसानों के सिर फुटे थे, वहां से एक तिरंगा यात्रा लेके दिल्ली तक आना है। और आप सबसे अनुरोध है कि कल 9 बजे पिपली चौक पे कुरुक्षेत्र जिला के लोग ज़्यादा से ज़्यादा पहुँच और उसके आगे करनाल, पानीपत, सोनीपत वहाँ से भी आगे जत्थे मिलते जाएंगे। और सुबह किसान क्रांति चौक पिपली से लेकर ये यात्रा सुबह 9 बजे निकलेगी और एक बड़ा तिरंगा प्रदर्शन, तिरंगा यात्रा ये इसलिए भी ज़रूरी है कि बीजेपी ने 1 तारीख से 15 तारीख तक तिरंगा यात्रा निकाली है। वैसे तो तिरंगे से उनको कोई लगाव नहीं है, लेकिन तिरंगे के बहाने तिरंगे की ओट लेके उन्होंने गाँव में घुसा है, वरना लोग घुसने नहीं दे रहे थे।
क्योंकि जो आरएसएस है उनका देश की आज़ादी में कोई सहयोग नहीं रहा और 60 साल तक उन्होंने अपने दफ्तर पे तिरंगा नहीं फहराया और अब वो तिरंगा यात्रा की ओट में गांव में जाना उन्होंने एक बहाना उन्होंने ढूंढा था। अब 15 तारीख को जो प्रदर्शन होगा वो उनसे बड़ा प्रदर्शन हमारा होना चाहिए। इसलिए 9 बजे कल 9 बजे ज़्यादा से ज़्यादा पिपली चौक पे पहुँचे। सभी का बहुत बहुत धन्यवाद। ਦੱਸ ਦਈਏ ਕਿ ਇਸ ਤੋਂ ਪਹਿਲਾਂ ਗੁਰਨਾਮ ਸਿੰਘ ਚੜੂਨੀ ਨੇ ਪੰਜਾਬ 'ਚ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਸੀ, ਪਰ ਸੰਯੁਕਤ ਕਿਸਾਨ ਮੋਰਚੇ ਦੀ ਨਾਰਾਜ਼ਗੀ ਕਾਰਨ ਉਹਨਾਂ ਆਪਣੇ ਪੈਰ ਪਿੱਛੇ ਖਿੱਚ ਲਏ ਸਨ। ਹੁਣ ਗੁਰਨਾਮ ਸਿੰਘ ਚੜੂਨੀ ਨੇ ਕੁਰੂਕਸ਼ੇਤਰ ਤੋਂ ਦਿੱਲੀ ਦੇ ਸਿੰਘੂ ਬਾਰਡਰ ਤੱਕ ਤਿਰੰਗਾ ਯਾਤਰਾ ਕੱਢਣ ਦੀ ਘੋਸ਼ਣਾ ਕੀਤੀ ਹੈ। ਇਸ ਯਾਤਰਾ 'ਚ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਸ਼ਾਮਲ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਸੀ ਕਿ ਇਹ ਯਾਤਰਾ ਪੂਰੀ ਤਰ੍ਹਾਂ ਨਾਲ ਸ਼ਾਂਤੀਪੂਰਨ ਤਰੀਕੇ ਨਾਲ ਕੱਢੀ ਜਾਵੇਗੀ। ਭਾਜਪਾ ਨੂੰ 26 ਜਨਵਰੀ ਵਾਲੇ ਦਿਨ ਲਾਲ ਕਿਲੇ ਉੱਤੇ ਕਿਸਾਨਾਂ ਵੱਲੋਂ ਧਾਰਮਿਕ ਝੰਡਾ ਲਹਿਰਾਉਣ ਉੱਤੇ ਇਤਰਾਜ਼ ਸੀ ਤੇ ਹੁਣ ਕਿਸਾਨਾਂ ਨੇ ਆਜ਼ਾਦੀ ਦਿਹਾੜੇ ਤੇ ਭਾਜਪਾ ਵੱਲੋਂ ਆਪਣੀ ਪਾਰਟੀ ਦੇ ਝੰਡੇ ਲਗਾਉਣ ਉੱਤੇ ਇਤਰਾਜ਼ ਪ੍ਰਗਟਾਇਆ। ਭਾਜਪਾ ਵੱਲੋਂ ਇਹ ਝੰਡੇ ਲੁਧਿਆਣਾ ਦੇ ਵਿਸ਼ਵਕਰਮਾ ਚੌਂਕ ਵਿਖੇ ਲਗਾਏ ਗਏ ਸਨ। ਇਹਨਾਂ ਝੰਡਿਆਂ ਨੂੰ ਵੇਖ ਕੇ ਕਿਸਾਨ ਭੜਕ ਗਏ ਅਤੇ ਉਹਨਾਂ ਭਾਜਪਾ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਆਜ਼ਾਦੀ ਦੇ ਸੰਘਰਸ਼ 'ਚ ਭਾਜਪਾ ਦਾ ਕੋਈ ਯੋਗਦਾਨ ਨਹੀਂ ਹੈ, ਇਸ ਲਈ ਉਹਨਾਂ ਨੂੰ ਆਜ਼ਾਦੀ ਦਿਹਾੜੇ ਮੌਕੇ ਆਪਣੇ ਪਾਰਟੀ ਦੇ ਝੰਡੇ ਲਗਾਉਣ ਦੀ ਥਾਂ ਰਾਸ਼ਟਰੀ ਝੰਡੇ ਲਗਾਉਣੇ ਚਾਹੀਦੇ ਨੇ। ਕਿਸਾਨਾਂ ਦੇ ਇਸ ਰੋਸ ਪ੍ਰਦਰਸ਼ਨ ਨੂੰ ਵੇਖ ਕੇ ਭਾਜਪਾ ਵੱਲੋਂ ਇਹ ਝੰਡੇ ਉਤਾਰ ਲਏ ਗਏ। ਲੁਧਿਆਣਾ ਦੇ ਵਿਸ਼ਵਕਰਮਾ ਚੌਕ 'ਚ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਕਿਸਾਨ ਜਥੇਬੰਦੀਆਂ ਨੇ ਇਸ ਚੌਕ ਦੇ ਆਲੇ ਦੁਆਲੇ ਭਾਜਪਾ ਦੇ ਝੰਡੇ ਲੱਗੇ ਵੇਖੇ। ਇਸ ਮਗਰੋਂ ਵੱਡੀ ਗਿਣਤੀ 'ਚ ਕਿਸਾਨ ਇਸ ਚੌਕ 'ਚ ਇਕੱਠੇ ਹੋ ਗਏ ਅਤੇ ਭਾਜਪਾ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਇਹ ਝੰਡੇ ਉਤਰਵਾਉਣ ਲਈ ਬੇਨਤੀ ਕੀਤੀ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਆਜ਼ਾਦੀ ਦੇ ਸੰਘਰਸ਼ 'ਚ ਭਾਜਪਾ ਦਾ ਕੋਈ ਯੋਗਦਾਨ ਨਹੀਂ ਹੈ, ਇਸ ਲਈ ਉਸ ਨੂੰ ਆਜ਼ਾਦੀ ਦਿਹਾੜੇ ਮੌਕੇ ਆਪਣੀ ਪਾਰਟੀ ਦੇ ਝੰਡੇ ਲਗਾਉਣ ਦੀ ਥਾਂ ਰਾਸ਼ਟਰੀ ਤਿਰੰਗੇ ਝੰਡੇ ਲਗਾਉਣੇ ਚਾਹੀਦੇ ਨੇ। ਕਿਸਾਨਾਂ ਮੁਤਾਬਕ ਭਾਜਪਾ ਨੂੰ ਲਾਲ ਕਿਲੇ ਉੱਤੇ ਧਾਰਮਿਕ ਝੰਡਾ ਲਹਿਰਾਉਣ ਤੋਂ ਇਤਰਾਜ਼ ਸੀ, ਇਸ ਲਈ ਹੁਣ ਉਹਨਾਂ ਨੂੰ ਵੀ ਆਪਣੀ ਪਾਰਟੀ ਦੇ ਝੰਡੇ ਲਗਾਉਣ ਦਾ ਕੋਈ ਅਧਿਕਾਰ ਨਹੀਂ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਭਾਜਪਾ ਨੇ ਆਪਣੇ ਇਹ ਝੰਡੇ ਨਾ ਉਤਾਰੇ ਤਾਂ ਉਹ ਖੁਦ ਇਸ ਨੂੰ ਉਤਾਰਨ ਲਈ ਕਦਮ ਚੁੱਕਣਗੇ। ਤੁਸੀਂ ਦੇਖ ਸਕਦੇ ਵਿਸ਼ਵਕਰਮਾ ਚੌਂਕ ਦੇ ਆਲੇ ਦੁਆਲੇ ਔਰ ਅੱਗੇ ਪੁਲ ਵਾਲੀ ਸਾਈਡ ਨੂੰ ਬੀਜੇਪੀ ਦੇ ਝੰਡੇ ਲੱਗੇ ਹੋਏ ਸੀਗੇ। ਸਾਡਾ 600 ਤੋਂ ਵੱਧ ਕਿਸਾਨ, ਜਿਨ੍ਹਾਂ ਦੇ ਵਿੱਚ 15 ਸਾਲ ਤੋਂ ਲੈ ਕੇ ਤਕਰੀਬਨ 70-80 ਸਾਲ ਤੱਕ ਦੇ ਸਾਡੇ ਬਜ਼ੁਰਗ, ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਮੌਤ ਹੋ ਗਈ ਸਿਰਫ ਇੱਕ ਕਾਲੇ ਕਾਨੂੰਨਾਂ ਕਰਕੇ। ਬੀਜੇਪੀ ਇੱਕ ਆਪਣੇ ਇਹਨਾਂ ਦੇ ਗਲੇ ਦੀ ਹੱਡੀ ਬਣੀ ਹੋਈ ਹੈ, ਇਹਨਾਂ ਦੀ ਈਗੋ ਬਣੀ ਹੋਈ ਹੈ ਵੀ ਅਸੀਂ ਕਿਸਾਨਾਂ ਦੀ ਗੱਲ ਨਹੀਂ ਮੰਨਣੀ, ਅਸੀਂ ਆਪਣੀ ਮੀਟਿੰਗ ਕਰਨੇ ਆ, ਅਸੀਂ ਵੱਡੇ ਪੱਧਰ ਤੇ ਐਕਸ਼ਨ ਲਵਾਂਗੇ। ਵੈਸੇ ਤਾਂ ਪ੍ਰਸ਼ਾਸਨ ਨੇ ਸਾਨੂੰ ਆਪਣਾ ਸਪੋਰਟ ਕਰ ਰਿਹਾ ਆ ਵੀ ਅਸੀਂ ਇਹ ਝੰਡੇ ਲਵਾ ਦਾਂਗੇ, ਜੇ ਨਹੀਂ ਲੱਥਦੇ ਤਾਂ ਫਿਰ ਅਸੀਂ ਆਪਣਾ ਐਕਸ਼ਨ ਲਵਾਂਗੇ। ਜਿਸ ਤਰ੍ਹਾਂ 15 ਅਗਸਤ ਦੇ ਉੱਪਰ ਬੀਜੇਪੀ ਦਾ ਝੰਡਾ ਲਹਿਰਾਣਾ ਚਾਹੀਦਾ ਕਿ ਆਪਣਾ ਰਾਸ਼ਟਰੀ ਝੰਡਾ ਲਹਿਰਾਣਾ ਚਾਹੀਦਾ। ਜਿੱਦਣ ਦਾ ਕਿਸਾਨੀ ਝੰਡਾ ਦਿੱਲੀ ਕਿਲੇ ਦੇ ਉੱਪਰ ਲੱਗ ਗਿਆ ਉਦੋਂ ਦਾ ਬਹੁਤ ਵੱਡਾ ਮੁੱਦਾ ਬਣ ਗਿਆ। ਇਹ ਮੁੱਦਾ ਨਹੀਂ ਇਹਨਾਂ ਨੂੰ ਦਿਖਦਾ ਨਹੀਂ ਵੀ ਇਹ ਤਿਰੰਗੇ ਦਾ ਕਿਵੇਂ ਅਪਮਾਨ ਕਰ ਰਹੇ ਨੇ 15 ਅਗਸਤ ਦੇ ਉੱਪਰ। ਜਿਹੜੇ ਬੀਜੇਪੀ ਨੇ ਮਤਲਬ ਝੰਡੇ ਲਾਏ ਨੇ ਆਪਣੇ ਭਾਜਪਾ ਦੇ, ਜਦ ਕਿ 15 ਅਗਸਤ ਨੂੰ ਇਹਨਾਂ ਨੂੰ ਤਿਰੰਗੇ ਝੰਡੇ ਲਾਉਣੇ ਚਾਹੀਦੇ ਨੇ। ਇਹ ਅਡਾਨੀਆਂ ਬਾਨੀਆਂ ਮਗਰ ਮਾ ਕੇ ਦੇਸ਼ ਵੇਚ ਰਹੇ ਨੇ, ਅਸੀਂ ਦੇਸ਼ ਬਚਾ ਰਹੇ ਹਾਂ ਜੀ। ਤੇ ਇਸ ਮੁੱਦੇ ਦੇ ਉੱਤੇ ਅਸੀਂ ਅੱਜ ਝੰਡੇ ਲਾਉਣ ਬਾਰੇ ਆਏ ਹਾਂ ਜੀ। ਤੇ ਤੁਹਾਨੂੰ ਮਤਲਬ ਕਿ ਕੋਈ ਕਾਲ ਆਈ ਆ, ਕਿਸ ਤਰ੍ਹਾਂ ਪਤਾ ਲੱਗਿਆ ਕਿ ਸਾਨੂੰ ਸਾਡੇ ਬ੍ਰਦਰ ਨੇ ਇੱਥੋਂ ਲੰਘੇ ਸੀਗੇ, ਇਹਨਾਂ ਨੇ ਦੇਖਿਆ ਵੀ ਝੰਡੇ ਲੱਗ ਰਹੇ ਸੀਗੇ ਤੇ ਇਹਨਾਂ ਨੇ ਪ੍ਰਸ਼ਾਸਨ ਨਾਲ ਗੱਲ ਵੀ ਕੀਤੀ ਵੀ ਉਹ ਕਹਿੰਦੇ ਵੀ ਅਸੀਂ ਅੱਧੇ ਘੰਟੇ ਤੱਕ ਲਾ ਦਿੰਦੇ ਹਾਂ। ਤੇ ਬਾਅਦ 'ਚ ਇਹਨਾਂ ਨੇ ਸਾਨੂੰ ਕਾਲ ਕੀਤੀ ਵੀ ਆ ਕੇ ਦੇਖੋ, ਤੇ ਇੱਥੇ ਪ੍ਰਸ਼ਾਸਨ ਨਾਲ ਜੇ ਗੱਲ ਚੱਲ ਰਹੀ ਆ ਤੇ ਉਸ ਤੋਂ ਬਾਅਦ ਦੇਖਦੇ ਹਾਂ ਕੀ ਪ੍ਰਸ਼ਾਸਨ ਐਕਸ਼ਨ ਲੈਂਦਾ। ਜੇ ਨਹੀਂ ਲੈਂਦਾ ਅਸੀਂ ਆਪਣਾ ਐਕਸ਼ਨ ਲਵਾਂਗੇ। ਤੁਸੀਂ ਆਪਣੇ ਵੱਲੋਂ ਬੀਜੇਪੀ ਨੂੰ ਕੀ ਕਹਿਣਾ ਚਾਹੁੰਦੇ ਹੋ? ਅਸੀਂ ਬਿਲਕੁਲ ਵੀ ਇਹਨਾਂ ਦੀ ਕੋਈ ਸਟੇਜ ਨਹੀਂ ਲੱਗਣ ਦੇਵਾਂਗੇ ਜੀ ਤੇ ਫੁੱਲ ਵਿਰੋਧ ਕਰਾਂਗੇ, ਡਟ ਕੇ ਖੜਾਂਗੇ ਜਿੱਥੇ ਖੜੇ। ਦੇਖਿਆ ਵੀ ਇੱਥੇ 15 ਤਰੀਕ ਨੂੰ ਫੰਕਸ਼ਨ ਹੋਰ ਚੱਲ ਰਿਹਾ, ਕਾਫੀ ਵੱਡਾ ਬੀਜੇਪੀ ਦੇ ਇਸੇ ਚੌਂਕ ਦੇ ਵਿੱਚ। ਨਹੀਂ ਅਸੀਂ ਰੋਕਾਂਗੇ, ਬਿਲਕੁਲ ਰੋਕਾਂਗੇ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਮਾਮਲਾ ਸੁਲਝਾ ਲਿਆ ਗਿਆ ਹੈ। ਭਾਜਪਾ ਲੀਡਰਾਂ ਤੇ ਕਿਸਾਨਾਂ ਨਾਲ ਗੱਲਬਾਤ ਮਗਰੋਂ ਹੁਣ ਕੋਈ ਤਣਾਅ ਬਾਕੀ ਨਹੀਂ ਰਿਹਾ। ਭਾਜਪਾ ਵੱਲੋਂ ਆਜ਼ਾਦੀ ਦਿਹਾੜੇ ਉੱਤੇ ਕੋਈ ਪ੍ਰੋਗਰਾਮ ਨਾ ਕਰਨ ਦੀ ਗੱਲ ਕਹੀ ਗਈ ਹੈ। ਚੌਂਕ 'ਚ ਲੱਗੇ ਝੰਡੇ ਵੀ ਉਤਾਰ ਲਏ ਗਏ ਨੇ। ਝੰਡੇ ਲੱਗਣ ਕਰਕੇ ਥੋੜਾ ਆਬਜੈਕਸ਼ਨ ਕਰ ਰਹੇ ਸੀ, ਬਟ ਉਹ ਸਾਰਾ ਹੀ ਪੀਸਫੁਲੀ ਸੌਟ ਆਊਟ ਹੋ ਗਿਆ ਜੀ। ਨਹੀਂ ਇਹੋ ਜਿਹੀ ਕੋਈ ਗੱਲ ਨਹੀਂ, ਬਿਲਕੁਲ ਪੀਸਫੁਲੀ ਸੌਟ ਆਊਟ ਹੋ ਗਿਆ। ਜੋ ਕੰਟੀਨਿਊਸਲੀ ਪਹਿਲਾਂ ਚੱਲ ਹੀ ਰਿਹਾ ਵੀ ਕਰਦੇ ਨੇ ਐਜੀਟੇਸ਼ਨ, ਉਸ ਟਾਈਪ ਦਾ ਪੀਸਫੁਲੀ ਸੀ।
ਬਟ ਹੁਣ ਸਾਰਾ ਹੀ ਸ਼ਾਂਤੀਪੂਰਵਕ, ਕਿਉਂ ਕੋਈ ਫੰਕਸ਼ਨ ਨਹੀਂ ਜਾਂ ਹਾਂ ਉਹ ਕੋਈ ਫੰਕਸ਼ਨ ਨਹੀਂ ਹੈ। ਅਸੀਂ ਵੀ ਉਹਨਾਂ ਨੂੰ ਕਿਹਾ ਵੀ ਕੋਈ ਪਰਮਿਸ਼ਨ ਹੈ ਜਾਂ ਕੋਈ ਫੰਕਸ਼ਨ ਹੈ, ਅੱਜ ਤੱਕ ਕੋਈ ਜਸਟੀਫਿਕੇਸ਼ਨ ਹੈ ਹੀ ਨਹੀਂ ਲੱਗਣ ਦੀ, ਤਾਂ ਉਹ ਠੀਕ ਹੈ ਇਸ ਗੱਲ 'ਤੇ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਦਿੱਲੀ 'ਚ ਅੰਦੋਲਨ ਦੌਰਾਨ ਹੁਣ ਤੱਕ ਉਹਨਾਂ ਦੇ 600 ਤੋਂ ਵੱਧ ਸਾਥੀ ਆਪਣਾ ਬਲੀਦਾਨ ਦੇ ਚੁੱਕੇ ਨੇ, ਪਰ ਨਾ ਤਾਂ ਭਾਜਪਾ ਤੇ ਨਾ ਹੀ ਕੇਂਦਰ ਸਰਕਾਰ ਦੇ ਸਿਰ ਉੱਤੇ ਕੋਈ ਜੂੰ ਸਰਕ ਰਹੀ ਹੈ। ਕਿਸਾਨਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜਿੰਨੀ ਦੇਰ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਹਰ ਥਾਈਂ ਭਾਜਪਾ ਦਾ ਇਸੇ ਤਰ੍ਹਾਂ ਨਾਲ ਵਿਰੋਧ ਜਾਰੀ ਰਹੇਗਾ ਅਤੇ ਇਹਨਾਂ ਦੇ ਲੀਡਰਾਂ ਨੂੰ ਕੋਈ ਵੀ ਸਮਾਗਮ ਨਹੀਂ ਕਰਨ ਦਿੱਤਾ ਜਾਵੇਗਾ। ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਵੀ ਤਿਰੰਗਾ ਮਾਰਚ ਕੱਢੇ ਜਾਣਗੇ। ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਫਗਵਾੜਾ 'ਚ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ। ਇਹ ਤਿਰੰਗਾ ਯਾਤਰਾ ਫਗਵਾੜਾ ਦੇ ਪਿੰਡ ਪਾਂਚਟਾਂ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਅਲੱਗ-ਅਲੱਗ ਇਲਾਕਿਆਂ ਵਿੱਚੋਂ ਗੁਜ਼ਰੇਗੀ। ਜਥੇਬੰਦੀ ਦੇ ਆਗੂਆਂ ਦਾ ਕਹਿਣਾ ਸੀ ਕਿ ਵੱਡੀ ਗਿਣਤੀ ਵਿੱਚ ਕਿਸਾਨ ਆਪੋ ਆਪਣੀਆਂ ਗੱਡੀਆਂ ਤੇ ਟਰੈਕਟਰਾਂ ਤੇ ਤਿਰੰਗੇ ਝੰਡੇ ਲਗਾ ਕੇ ਇਸ ਯਾਤਰਾ ਵਿੱਚ ਸ਼ਾਮਲ ਹੋਣਗੇ। ਕੱਲ ਨੂੰ 15 ਅਗਸਤ ਜੋ ਕਿ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ, ਉਸੇ ਸਿਲਸਿਲੇ 'ਚ ਸੰਯੁਕਤ ਮੋਰਚੇ ਵੱਲੋਂ ਕਾਲ ਆਈ ਹੈ ਤੇ ਸਰਦਾਰ ਮਨਜੀਤ ਸਿੰਘ ਰਾਏ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਹੁਕਮਾਂ ਅਨੁਸਾਰ ਅਸੀਂ ਇੱਕ ਤਿਰੰਗਾ ਯਾਤਰਾ, ਕਿਸਾਨਾਂ ਨੇ ਤਿਰੰਗਾ ਯਾਤਰਾ ਕੱਢਣੀ ਹੈ। ਟਰੈਕਟਰਾਂ ਤੇ ਗੱਡੀਆਂ ਤੇ ਮੋਟਰਸਾਈਕਲਾਂ ਤੇ ਝੰਡੇ ਲਾ ਕੇ, ਤਿਰੰਗਾ ਝੰਡਾ ਲਾ ਕੇ ਆਪਾਂ ਇੱਕ ਮਾਰਚ ਕੱਢਣੀ ਹੈ। ਪਾਂਸਟੇ ਤੋਂ ਸ਼ੁਰੂ ਹੋਏਗੀ, ਨਰੂੜ, ਬਗਾਣਾ, ਹਰਿਆਣੇ ਜੱਟਾਂ ਤੋਂ ਹੁੰਦੇ ਸਾਰੇ ਪਿੰਡਾਂ ਦੇ ਵਿੱਚੋਂ ਹੁੰਦੇ ਸਵੇਰੇ 10:30 ਵਜੇ ਸਟਾਰਟ ਹੋ ਜਾਏਗੀ। 12:30-1 ਵਜੇ ਦੇ ਕਰੀਬ ਫਗਵਾੜਾ ਸਿਟੀ ਦੇ ਵਿੱਚ ਪਹੁੰਚੀ ਜਾਏਗੀ, ਜੋ ਕਿ ਫਗਵਾੜਾ ਬੱਸ ਸਟੈਂਡ ਤੋਂ ਹੁੰਦੇ ਹੋਏ ਅੱਗੋਂ JCD ਮਿਲ ਦੇ ਕੋਲੋਂ ਘੁੰਮ ਕੇ, ਜੋ ਕਿ ਬਹੁਤ ਵੱਡਾ ਫਲੈਗ ਰੈਸਟ ਹਾਊਸ ਦੇ ਕੋਲ ਤਿਰੰਗਾ ਲਗਾਇਆ ਗਿਆ ਹੈ, ਉਸ ਤਿਰੰਗੇ ਨੂੰ ਸਲਾਮ ਕਰਕੇ ਸੰਗਤਾਂ ਚੌਂਕ ਦੇ ਥੱਲੇ ਮਨਜੀਤ ਸਿੰਘ ਰਾਏ ਆਉਣਗੇ ਅਤੇ ਸਾਰਿਆਂ ਨੂੰ ਸੰਬੋਧਨ ਕਰਨਗੇ। ਉਸ ਤੋਂ ਬਾਅਦ ਉਹ ਯਾਤਰਾ ਉੱਥੇ ਸਮਾਪਤ ਕਰਕੇ ਸਾਰੇ ਕਿਸਾਨ ਵੀਰ, ਮਜ਼ਦੂਰ ਵੀਰ, ਸ਼ਹਿਰੀ ਵੀਰ, ਪੇਂਡੂ ਵੀਰ ਆਪੋ ਆਪਣੇ ਘਰਾਂ ਨੂੰ ਜਾਣਗੇ। ਧੰਨਵਾਦ ਜੀ। ਪਾਕਿਸਤਾਨ ਰੇਂਜਰਾਂ ਤੇ ਸੀਮਾ ਸੁਰੱਖਿਆ ਬਲ ਵੱਲੋਂ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਅਟਾਰੀ ਵਾਹਗਾ ਬਾਰਡਰ ਤੇ ਅੱਜ ਮਿਠਾਈਆਂ ਦਾ ਆਦਾਨ ਪ੍ਰਦਾਨ ਕੀਤਾ ਗਿਆ। ਇਸ ਮੌਕੇ ਤੇ BSF ਤੇ ਪਾਕ ਰੇਂਜਰਾਂ ਦੇ ਕਈ ਅਧਿਕਾਰੀ ਤੇ ਜਵਾਨ ਮੌਜੂਦ ਸਨ। ਦੱਸਦੀ ਕਿ BSF ਤੇ ਪਾਕ ਰੇਂਜਰਾਂ ਵੱਲੋਂ ਵੱਖ-ਵੱਖ ਮੌਕਿਆਂ ਤੇ ਇੱਕ ਦੂਜੇ ਨੂੰ ਮਿਠਾਈ ਦੇਣ ਦੀ ਪਰੰਪਰਾ ਹੈ। ਹਾਲਾਂਕਿ ਕਈ ਵਾਰ ਦੋਵੇਂ ਦੇਸ਼ਾਂ ਦੇ ਵਿਚਕਾਰ ਤਣਾਅ ਪੈਦਾ ਹੋਣ ਨਾਲ ਇਹ ਪਰੰਪਰਾ 'ਚ ਰੁਕਾਵਟ ਵੀ ਆਈ ਹੈ। BSF ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਮਿਠਾਈਆਂ ਦਾ ਆਦਾਨ ਪ੍ਰਦਾਨ ਕਰਨ ਅਤੇ ਇੱਕ ਦੂਜੇ ਨੂੰ ਸ਼ੁਭ ਕਾਮਨਾਵਾਂ ਭੇਟ ਕਰਨ ਨਾਲ ਤਣਾਅ ਘੱਟ ਕਰਨ ਅਤੇ ਸ਼ਾਂਤੀ ਬਣਾਏ ਰੱਖਣ 'ਚ ਮਦਦ ਮਿਲਦੀ ਹੈ। ਬਲਕਿ BSF ਵੱਲੋਂ ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਪਾਕਿस्तानी रेंजਰਾਂ ਨੂੰ ਮਿਠਾਈ ਭੇਂਟ ਕੀਤੀ ਜਾਵੇਗੀ। सुरक्षा बल की परंपराओं के अनुरूप देश के ऐतिहासिक मौकों के ऊपर सरहद की रक्षा करने वाले सैनिक एक दूसरे को ससम्मान मिठाई भेंट करते हैं। ये इवेंट्स सरहदों के ऊपर शांति और सद्भाव कायम रखने में अहम योगदान देते हैं। इसी कड़ी में आज पाकिस्तान के इंडिपेंडेंस डे के ऊपर पाकिस्तान रेंजर्स ने सीमा सुरक्षा बल को ये मिठाई अटारी बॉर्डर पे भेंट की है। हम भी इसी प्रकार सीमा सुरक्षा बल की तरफ से पाकिस्तान रेंजर्स को ये मिठाई देंगे। ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਬਲੇਰ ਵਿਖੇ 60 ਦੇ ਕਰੀਬ ਪਾਕਿਸਤਾਨੀ ਗੁਬਾਰੇ ਮਿਲਣ ਦੀ ਖਬਰ ਹੈ। ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਗੁਬਾਰੇ ਨੰਬਰਦਾਰ ਕਰਤਾਰ ਸਿੰਘ ਦੇ ਖੇਤਾਂ ਨੇੜਿਓਂ ਬਰਾਮਦ ਕੀਤੇ ਗਏ ਨੇ। ਪਹਿਲੀ ਨਜ਼ਰੇ ਇਹ ਗੁਬਾਰੇ ਪਾਕਿਸਤਾਨ ਤੋਂ ਆਏ ਲੱਗਦੇ ਨੇ, ਜਿਨ੍ਹਾਂ ਉੱਪਰ 14 ਅਗਸਤ ਮੁਬਾਰਕ ਅਤੇ ਦਿਲ ਦਿਲ ਪਾਕਿਸਤਾਨ ਲਿਖਿਆ ਹੋਇਆ ਹੈ। ਇਹ ਗੁਬਾਰੇ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਮੌਕੇ ਉਡਾਏ ਗਏ ਹੋ ਸਕਦੇ ਨੇ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਫਿਰ ਵੀ ਇਹਨਾਂ ਗੁਬਾਰਿਆਂ ਦੀ ਜਾਂਚ ਕੀਤੀ ਜਾਵੇਗੀ। ਇਹ ਪਤਾ ਲਗਾਇਆ ਜਾਵੇਗਾ ਕਿ ਇਹ ਸੱਚੀ ਹੀ ਪਾਕਿਸਤਾਨ ਤੋਂ ਉੱਡ ਕੇ ਆਏ ਨੇ ਜਾਂ ਕਿਸੇ ਨੇ ਸ਼ਰਾਰਤ ਨਾਲ ਇੱਥੇ ਸੁੱਟੇ ਨੇ। ਪੁਲਿਸ ਅਧਿਕਾਰੀਆਂ ਮੁਤਾਬਕ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਇਸ ਦੀ ਜਾਂਚ ਕੀਤੀ ਜਾਵੇਗੀ। ਇਹ ਉਹਨਾਂ ਦੇ ਮੋਸਟ ਪ੍ਰੋਬਬਲੀ ਜੋ ਐਕਸਪੈਕਟਡ ਆ ਕਿ ਇੰਡੀਪੈਂਡੈਂਸ ਡੇ ਸੈਲੀਬ੍ਰੇਸ਼ਨ ਦੇ ਉਹਦੇ ਉੱਤੇ ਲੱਗੇ ਹੋਏ ਆ ਜਿਹੜੇ ਟੈਗ ਆ ਉਹਦੇ ਉੱਤੇ ਬੈਲੂਨਸ ਦੇ ਉੱਤੇ। ਇੱਥੋਂ ਸਰਦਾਰ ਕਰਤਾਰ ਸਿੰਘ ਨੰਬਰਦਾਰ ਨੇ ਉਹਨਾਂ ਦੀ ਬੈਗ ਦੇ ਵਿੱਚੋਂ ਪੂਰਾ ਇੱਕ ਬੰਚ ਆ 50 ਤੋਂ 60 ਗੁਬਾਰਿਆਂ ਦਾ, ਜਿਨ੍ਹਾਂ ਦੇ ਬਸਟ ਹੋ ਚੁੱਕੇ ਸੀ। ਹਵਾ ਨਿਕਲਣ ਤੋਂ ਬਾਅਦ ਇੱਥੇ ਕ੍ਰੈਸ਼ ਹੋਏ ਆ, ਉਹ ਕਬਜ਼ੇ 'ਚ ਲੈ ਲਏ ਆ। ਉਹਦੇ ਸੰਬੰਧ ਦੇ ਵਿੱਚ ਅਸੀਂ ਲਿਖ ਕੇ ਵੀ ਭੇਜ ਰਹੇ ਹਾਂ ਤੇ 에ਅਰਫੋਰਸ ਤੋਂ 에ਅਰ ਡਾਇਰੈਕਸ਼ਨ ਵਗੈਰਾ ਦੀ ਇਨਫੋਰਮੇਸ਼ਨ ਲਵਾਂਗੇ ਕਿ ਕੀ ਵਾਕਿਆ ਹੀ ਇਹ ਅਕ੍ਰੋਸ ਦਾ ਫੈਂਸਿੰਗ ਉੱਡ ਕੇ ਆਏ ਜਾਂ ਕਿਸੇ ਵੱਲੋਂ ਕੋਈ ਹੋਰ ਤਰ੍ਹਾਂ ਕਿਸੇ ਤਰ੍ਹਾਂ ਦੀ ਪਲਾਂਟੇਸ਼ਨ ਕਰੇਗੀ, ਉਹ ਅਸੀਂ ਇਨਵੈਸਟੀਗੇਟ।
ਸ਼੍ਰੀ ਮੁਕਤਸਰ ਸਾਹਿਬ ਵਿਖੇ ਵਿਧਾਇਕ ਰਾਜਾ ਵੜਿੰਗ ਦੀ ਰਿਹਾਇਸ਼ ਦੇ ਬਾਹਰ ਅੱਜ ਅਧਿਆਪਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਹ ਅਧਿਆਪਕ ਨਵੀਂ ਪੈਨਸ਼ਨ ਸਕੀਮ ਰੱਦ ਕਰਨ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਕਰ ਰਹੇ ਸਨ। ਕੋਠੀ ਦੇ ਬਾਹਰ ਧਰਨਾ ਦੇ ਰਹੇ ਅਧਿਆਪਕਾਂ 'ਚ ਹੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਆਪ ਆ ਕੇ ਬੈਠ ਗਏ। ਰਾਜਾ ਵੜਿੰਗ ਨੇ ਕਿਹਾ ਕਿ ਅਧਿਆਪਕ ਉਹਨਾਂ ਨੂੰ ਇਸ ਸੰਬੰਧੀ ਵਿਸਥਾਰ ਨਾਲ ਦੱਸਣ ਤਾਂ ਜੋ ਉਹ ਸਰਕਾਰ ਤੱਕ ਮੰਗ ਪਹੁੰਚਾ ਸਕਣ। ਅਧਿਆਪਕ ਆਗੂਆਂ ਕਿਹਾ ਕਿ ਨਵੀਂ ਪੈਨਸ਼ਨ ਸਕੀਮ ਉਹਨਾਂ ਨੂੰ ਕਦਾਚਿਤ ਪ੍ਰਵਾਨ ਨਹੀਂ ਅਤੇ ਇਸ ਨਾਲ ਉਹਨਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ। ਰਾਜਾ ਵੜਿੰਗ ਨੇ ਅਧਿਆਪਕਾਂ ਦੀ ਇਸ ਮੰਗ ਨੂੰ ਸਰਕਾਰ ਅੱਗੇ ਰੱਖਣ ਦਾ ਭਰੋਸਾ ਦਿੱਤਾ ਹੈ। ਸਾਡੀ ਇੱਕੋ ਇੱਕ ਮੰਗ ਹੈ ਜੀ, ਸਾਡੀ ਜਿਹੜੀ ਪੁਰਾਣੀ ਪੈਨਸ਼ਨ ਹੈ ਉਹ ਬਹਾਲ ਕੀਤੀ ਜਾਵੇ, ਕਿਉਂਕਿ ਨਵੀਂ ਪੈਨਸ਼ਨ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਜਿਨ੍ਹਾਂ ਦੇ ਅਸੀਂ ਵੱਖਰੇ ਪੱਧਰ ਤੇ ਹੀ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਅੱਜ ਸਾਡਾ ਜਿਹੜਾ ਇੱਥੇ ਆਉਣ ਦਾ ਵੱਡਾ ਮੋਟਿਵ ਇਹ ਹੈ ਕਿ ਪੰਜਾਬ ਸਰਕਾਰ ਨੇ ਬਣਨ ਤੋਂ ਪਹਿਲਾਂ ਜਿਹੜਾ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ ਉਹਦੇ ਵਿੱਚ ਇਸ ਮੰਗ ਨੂੰ ਜ਼ਿਕਰਯੋਗ ਥਾਂ ਦਿੱਤੀ ਗਈ ਸੀਗੀ ਕਿ ਕੈਪਟਨ ਸਾਹਿਬ ਨੇ ਖੁਦ ਕਿਹਾ ਸੀ ਕਿ ਜੇ ਮੇਰੀ ਸਰਕਾਰ ਆਉਂਦੀ ਹੈ ਤੇ ਅਸੀਂ ਇਹ ਸਕੀਮ ਹੈ ਜਿਹੜੀ ਤੁਹਾਡੇ ਤੇ ਲਾਗੂ, ਪੁਰਾਣੀ ਪੈਨਸ਼ਨ ਸਕੀਮ ਹੈ ਜਿਹੜੀ ਲਾਗੂ ਕਰਾਂਗੇ, ਨਵੀਂ ਨੂੰ ਬੰਦ ਕਰਾਂਗੇ। ਸੋ ਅਸੀਂ ਅੱਜ ਜਿਹੜਾ ਇਹਨਾਂ ਦਾ ਕੀਤਾ ਹੋਇਆ ਵਾਅਦਾ ਹੈ ਉਹ ਇਹਨਾਂ ਦੇ ਘਰਾਂ ਅੱਗੇ ਦਰੀਆਂ ਵਿਛਾ ਕੇ ਰੋਸ ਪ੍ਰਦਰਸ਼ਨ ਕਰਕੇ ਇਹਨਾਂ ਦਾ ਕੀਤਾ ਹੋਇਆ ਵਾਅਦਾ ਯਾਦ ਕਰਾਉਣੇ ਆ ਕਿ ਜਿਹੜੀ ਤੁਸੀਂ ਸਾਸੀ ਤੁਹਾਨੂੰ ਚੁਣ ਕੇ ਘੱਲਿਆ, ਜਿਹੜੀ ਸਾਡੀ ਹੱਕੀ ਮੰਗ ਹੈ ਉਸ ਨੂੰ ਵਿਧਾਨ ਸਭਾ ਦੇ ਵਿੱਚ ਜ਼ੋਰਦਾਰ ਤਰੀਕੇ ਨਾਲ ਪੇਸ਼ ਕਰੋ। ਮੰਗ ਯਾਰ ਮੈਂ ਇਹਨਾਂ ਦੀਆਂ ਮੰਗਾਂ ਤੋਂ ਜਾਣੂ ਨਹੀਂ ਸਾਂ। ਹਾਂ, ਇੱਕ ਜ਼ਰੂਰ ਨਾਰਾ ਹਮੇਸ਼ਾ ਕੰਨਾਂ 'ਚ ਗੂੰਜਦਾ ਰਹਿੰਦਾ ਹੈ ਕਿ ਪੁਰਾਣੀ ਪੈਨਸ਼ਨ ਬਹਾਲ ਕਰੋ, ਪੁਰਾਣੀ ਪੈਨਸ਼ਨ ਬਹਾਲ ਕਰੋ। ਤੇ ਮੈਂ ਅੱਜ ਤੱਕ ਇਹ ਮੈਨੂੰ ਪਤਾ ਨਹੀਂ ਕਿ ਇਹ ਪੁਰਾਣੀ ਪੈਨਸ਼ਨ ਮੁੱਦਾ ਕੀ ਹੈ, ਨਵੀਂ ਪੈਨਸ਼ਨ ਰੱਦ ਕਰੋ। ਸੋ ਮੈਂ ਉਹਨਾਂ ਦੇ ਧਰਨੇ 'ਚ ਬੈਠਿਆ, ਉਹਨਾਂ ਦੀਆਂ ਗੱਲਾਂ ਸੁਣੀਆਂ ਤੇ ਮੈਨੂੰ ਕਾਫੀ ਗੱਲਾਂ ਉਹਨਾਂ ਦੀਆਂ ਚੰਗੀਆਂ ਲੱਗੀਆਂ। ਸੋ ਮੈਂ ਸਰਕਾਰ ਨੂੰ ਬੇਨਤੀ ਕਰੂੰਗਾ, ਮੈਂ ਐਫਡੀ ਨਾਲ ਮੀਟਿੰਗ ਕਰੂੰਗਾ, ਮੈਂ ਇਸ ਕਮੇਟੀ DPR ਜਿਹੜੀ ਰੈਡੀ ਕਮੇਟੀ ਹੈ, ਆਈ ਨੋ ਮਿਸਟਰ DPR ਰੈਡੀ, ਵੈਰੀ ਗੁੱਡ ਆਫਿਸਰ। ਸੋ ਉਹਨਾਂ ਨੂੰ ਇਹ ਗੱਲ ਬੇਨਤੀ ਕਰੂੰਗਾ ਕਿ ਸਰਕਾਰ ਨੂੰ ਇਹਨਾਂ ਨੂੰ ਕਿਵੇਂ ਕੰਸੀਡਰ ਕਰਨਾ ਹੈ, ਉਹਨਾਂ ਨੇ ਹੱਲ ਕੱਢਣਾ, ਲੇਕਿਨ ਮੈਂ ਇਹਨਾਂ ਦੀ ਸਿਫਾਰਿਸ਼ ਯਾਰ ਜ਼ਰੂਰ ਕਰੂੰਗਾ। ਉਧਰ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ਕਾਰੀਆਂ ਆਂਗਣਵਾੜੀ ਵਰਕਰਾਂ ਨੇ ਅੱਜ ਗੁਰੂ ਹਰਸਹਾਏ ਵਿਖੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ਦੇ ਬਾਹਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਆਪਣੇ ਖੂਨ ਨਾਲ ਇੱਕ ਮੰਗ ਪੱਤਰ ਲਿਖਿਆ, ਪਰ ਜਦੋਂ ਕਾਫੀ ਦੇਰ ਤੱਕ ਕੋਠੀ ਅੰਦਰੋਂ ਕੋਈ ਮੰਗ ਪੱਤਰ ਲੈਣ ਨਹੀਂ ਆਇਆ ਤਾਂ ਆਂਗਣਵਾੜੀ ਵਰਕਰਾਂ ਦਾ ਗੁੱਸਾ ਭੜਕ ਗਿਆ। ਇਹਨਾਂ ਵਰਕਰਾਂ ਨੇ ਜਬਰਨ ਕੋਠੀ ਦਾ ਗੇਟ ਖੋਲ੍ਹ ਦਿੱਤਾ ਅਤੇ ਅੰਦਰ ਦਾਖਲ ਹੋ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਆਂਗਣਵਾੜੀ ਵਰਕਰਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਆਉਣ ਵਾਲੀਆਂ ਚੋਣਾਂ 'ਚ ਸੂਬੇ ਭਰ ਵਿੱਚ ਕਾਂਗਰਸ ਦਾ ਵਿਰੋਧ ਕਰਨਗੀਆਂ। ਇਹ ਕਾਰਨ ਇਹ ਹੈਗਾ ਕਿ ਅਸੀਂ ਜਿਹੜਾ 4.5 ਸਾਲ ਹੁਣ ਤਾਂ ਪੌਣੇ 5 ਸਾਲ ਹੀ ਹੋ ਗਏ ਸਰਕਾਰ ਆਈ ਨੂੰ, ਇਹਨਾਂ ਨੇ ਆਉਣਸਰ ਸਾਡੇ ਬੱਚੇ ਖੋਏ, ਸਾਡੇ ਮਾਣ ਪੱਤੇ ਤੇ ਕੱਟ ਲਾ ਲਿਆ। ਹੁਣ ਜਿਹੜੀ ਇਹਨਾਂ ਨੇ ਭਰਤੀ ਕੀਤੀ ਆ ਆਂਗਣਵਾੜੀ ਵਰਕਰ ਹੈਲਪਰ ਦੀ, ਉਹਦੇ 'ਚ ਵੀ ਜਿਹੜੇ ਸਾਡੇ ਬਣਦੇ ਹੱਕ ਸੀ ਉਹ ਖੋਲੇ ਆ। ਤਾਂ ਅਸੀਂ ਇਹਨਾਂ ਗੱਲਾਂ ਨੂੰ ਲੈ ਕੇ ਲਗਾਤਾਰ ਲੜ ਰਹੀਆਂ ਤੇ ਸਾਡਾ ਸੰਘਰਸ਼ ਜਾਰੀ ਆ। ਅਸੀਂ ਹਰਿਆਣਾ ਪੈਟਰਨ ਮੰਗ ਰਹੀਆਂ, ਅਸੀਂ ਕਹਿ ਰਹੇ ਹਾਂ ਕਿ ਅਸੀਂ PMMY 'ਚ ਕੰਮ ਕਰ ਰਹੇ ਹਾਂ, ਉਹਦੇ ਪੈਸੇ ਦਿਓ, ਪੋਸ਼ਣ ਅਭਿਆਨ ਦੇ ਪੈਸੇ ਦਿਓ, ਸਮਾਰਟ ਫੋਨ ਜਿਹੜੇ ਆਂਗਣਵਾੜੀਆਂ ਨੂੰ ਦਿਓ। ਸਾਡੀਆਂ 8 ਤਰ੍ਹਾਂ ਦੀਆਂ ਡਿਮਾਂਡ ਹੈ ਜਿਨ੍ਹਾਂ ਨੂੰ ਲੈ ਕੇ ਅਸੀਂ ਲੜ ਰਹੇ ਹਾਂ, ਪਰ ਸਰਕਾਰ ਬਿਲਕੁਲ ਵੀ ਸਾਡੀ ਗੱਲ ਨਹੀਂ ਸੁਣ ਰਹੀ ਤੇ ਸਾਡੀ ਜਿਹੜੀ ਕੋਈ ਮੰਗ ਸਰਕਾਰ ਪ੍ਰਵਾਨ ਨਹੀਂ ਕਰ ਰਹੀ। ਅਸੀਂ ਮੰਤਰੀਆਂ ਦੇ ਘਰ ਇਸ ਕਰਕੇ ਚੁਣੇ ਆ ਕਿ ਅਸੀਂ ਇਹ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਸਾਡੇ ਕੋਲ ਵੋਟਾਂ ਦੀ ਝਾਕ ਨਾ ਕਰੇ, ਅਸੀਂ ਇਹਨਾਂ ਨੂੰ ਹਰਾਵਾਂਗੇ। ਅੱਜ ਜਿਹੜਾ ਸਾਡਾ ਰੋਸ ਪ੍ਰਦਰਸ਼ਨ ਚੱਲ ਰਿਹਾ ਇਹ ਅਸੀਂ ਮੰਗਾਂ ਨੂੰ ਲੈ ਕੇ ਆ, ਕਿਉਂਕਿ ਜਦੋਂ ਦੀ ਇਹ ਸਰਕਾਰ ਬਣੀ 4.5 ਸਾਲ ਤੋਂ ਉਹੀ ਸਾਡੀਆਂ ਮੰਗਾਂ ਲਮਕ ਰਹੀਆਂ। ਕੀ ਮੰਗਾਂ ਨੇ? ਮੰਗਾਂ ਇੱਕ ਤਾਂ ਅਸੀਂ ਹਰਿਆਣਾ ਪੈਟਰਨ ਮੰਗ ਰਹੇ ਹਾਂ, ਦੂਜਾ ਸਾਡੇ ਜਿਹੜੇ ਖੋਏ ਬੱਚੇ ਆਂਗਣਵਾੜੀ ਦੇ ਅਸੀਂ ਵਾਪਸ ਮੰਗ ਰਹੇ ਹਾਂ, ਤਾਂ ਇੱਕ ਪ੍ਰੀ ਨਰਸਰੀ ਟੀਚਰ ਦਾ ਦਰਜਾ ਜਿਹੜਾ ਸਾਡੇ ਆਂਗਣਵਾੜੀ ਵਰਕਰਾਂ ਨੂੰ ਦਿੱਤਾ ਜਾਵੇ ਤੇ NGO ਨੂੰ ਜਿਹੜੇ 8 ਬਲਾਕ ਪੰਜਾਬ 'ਚ NGO ਦੇ ਅਧੀਨ ਚੱਲ ਰਹੇ ਉਹਨਾਂ ਨੂੰ ਵਾਪਸ ICDS ਦੇ ਅੰਦਰ ਲਿਆਂਦਾ ਜਾਵੇ। ਇਹ ਸਾਡੀਆਂ ਜੈਨੂਅਲ ਤੇ ਨਿਗੂਣੀਆਂ ਦੀਆਂ ਮੰਗਾਂ ਸੀ, ਜਾਇਜ਼ ਮੰਗਾਂ ਤੋਂ ਮੰਗ ਕਰ ਰਹੇ ਹਾਂ, ਪਰ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਮੰਗਾਂ ਤਾਂ ਚਲੋ ਕੋਈ ਗੱਲ ਨਹੀਂ ਪੂਰੀਆਂ ਹੋ ਜਾਣੀਆਂ, ਪਰ ਅਸੀਂ ਇਹਨਾਂ ਨੂੰ ਜਿਹੜੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਅਸੀਂ ਇਹਨਾਂ ਦਾ ਪੂਰਾ ਵਿਰੋਧ ਕਰਾਂਗੇ। ਤਾਂ ਇਹਨਾਂ ਨੂੰ ਜਿਹੜਾ ਇਹਨਾਂ ਦੀ ਕੁਰਸੀ ਇਹਨਾਂ ਨੂੰ ਹੈ ਇਹਨਾਂ ਤੋਂ ਲਾਹ ਕੇ ਰਵਾਂਗੇ, ਦੁਬਾਰਾ ਅਸੀਂ ਇਹ ਸਰਕਾਰ ਜਿਹੜੀ ਨਹੀਂ ਆਉਣ ਦੇਵਾਂਗੇ। ਕਸ਼ਮੀਰ 'ਚ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਨੇ। ਇਸ ਦੇ ਤਹਿਤ ਪਹਿਲਾ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਇਤਿਹਾਸਿਕ ਗੁਰਦੁਆਰਾ ਸ੍ਰੀ ਮਟਨ ਸਾਹਿਬ ਅਨੰਤਨਾਗ ਵਿਖੇ ਕਰਵਾਇਆ ਗਿਆ। ਇਸ ਸਮਾਗਮ 'ਚ ਭਾਗ ਲੈਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਉਚੇਚੇ ਤੌਰ ਤੇ ਸ਼ਾਮਲ ਹੋਏ। ਇਸ ਦੌਰਾਨ ਜਥੇਦਾਰ ਸਾਹਿਬਾਨ ਨੇ ਕਸ਼ਮੀਰ ਦੇ ਸਿੱਖਾਂ ਦੀਆਂ ਮੁਸ਼ਕਲਾਂ ਨੂੰ ਜਾਣਿਆ ਅਤੇ ਵਿਸ਼ਵ ਭਰ 'ਚ ਵਸਦੇ ਭਾਈਚਾਰੇ ਨੂੰ ਇਹਨਾਂ ਸਿੱਖਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਕਸ਼ਮੀਰ ਦੀਆਂ ਸਿੱਖ ਸੰਗਤਾਂ ਵੱਲੋਂ ਸਮੁੱਚੇ ਕਸ਼ਮੀਰ ਦੀ ਵੈਲੀ ਦੇ ਵਿੱਚ ਕੋਈ 6 ਦੇ ਕਰੀਬ ਗੁਰਮਤਿ ਸਮਾਗਮ ਰੱਖੇ ਨੇ। ਅੱਜ ਪਹਿਲਾ ਸਮਾਗਮ ਜਿਹੜਾ ਹੈ ਗੁਰਦੁਆਰਾ ਸ੍ਰੀ ਮਟਨ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਹੋਇਆ।
ਕਸ਼ਮੀਰ ਦੀਆਂ ਸਿੱਖਾਂ ਦੀਆਂ ਬਹੁਤ ਸਾਰੀਆਂ ਆਪਣੀਆਂ ਸਮੱਸਿਆਵਾਂ ਨੇ। 2 ਲੱਖ ਦੇ ਕਰੀਬ ਜਿਹੜੀ ਇੱਥੋਂ ਜਾਣਕਾਰੀ ਮਿਲੀ ਹੈ, ਸਿੱਖ ਜਿਹੜਾ ਕਸ਼ਮੀਰ ਵੈਲੀ ਦੇ ਵਿੱਚ ਰਹਿੰਦਾ ਹੈ। ਤੇ ਮੈਂ ਸਾਡੀਆਂ ਸਿੱਖ ਸੰਸਥਾਵਾਂ ਨੂੰ, ਦੇਸ਼ ਵਿਦੇਸ਼ ਦੀਆਂ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ, ਉਹਨਾਂ ਨੂੰ ਮੈਂ ਜ਼ਰੂਰ ਕਹਾਂਗਾ ਕਿ ਜਿਵੇਂ ਅਸੀਂ ਪੰਜਾਬ ਦੇ ਵਿੱਚ ਭਰਪੂਰ ਜਿਹੜਾ ਸਹਾਇਤਾ ਕਰਦੇ ਹਾਂ, ਤਾਂ ਹੋਰ ਅਸੀਂ ਜਿੱਥੇ ਕਿਤੇ ਕੋਈ ਆਪਾਤਕਾਲੀਨ ਸਥਿਤੀ ਬਣਦੀ ਹੈ, ਉੱਥੇ ਅਸੀਂ ਮਨੁੱਖਤਾ ਦੀ ਸੇਵਾ ਵਾਸਤੇ ਪਹੁੰਚਦੇ ਹਾਂ। ਤਾਂ ਉੱਥੇ ਵਿਸ਼ੇਸ਼ ਤੌਰ ਦੇ ਉੱਤੇ ਕਸ਼ਮੀਰ ਵੈਲੀ ਦੇ ਜਿਹੜੇ ਸਿੱਖਾਂ ਦੀਆਂ ਸਮੱਸਿਆਵਾਂ ਨੇ, ਉਹਨਾਂ ਦੇ ਵਿੱਚ ਵੀ ਸਾਰੇ ਵਿਦੇਸ਼ੀ ਸਿੱਖਾਂ ਨੂੰ ਜਿਹੜਾ ਜ਼ਰੂਰ ਸਹਿਯੋਗ ਕਰਨਾ ਚਾਹੀਦਾ, ਹੱਥ ਵਟਾਉਣਾ ਚਾਹੀਦਾ। ਗੁਰਮਤਿ ਸਮਾਗਮ ਗੁਰਦੁਆਰਾ ਮਟਨ ਸਾਹਿਬ ਦੀ ਧਰਤੀ ਦੇ ਉੱਤੇ ਬਹੁਤ ਹੀ ਸ਼ਰਧਾ ਉਤਸ਼ਾਹ ਸਹਿਤ ਜਿਹੜਾ ਉਹ ਕੀਤਾ ਗਿਆ। ਮਜਬੂਰੀ ਇਨਸਾਨ ਤੋਂ ਕੀ ਨਹੀਂ ਕਰਵਾਉਂਦੀ। ਗੁਰਦਾਸਪੁਰ 'ਚ 8 ਮਹੀਨਿਆਂ ਦੀ ਇੱਕ ਗਰਭਵਤੀ ਔਰਤ ਸੜਕ ਤੇ ਰਾਜਮਾ ਚੌਲ ਤੇ ਕੜੀ ਚੌਲ ਵੇਚਣ ਲਈ ਮਜਬੂਰ ਹੋ ਗਈ ਹੈ। ਪਤੀ ਦੀ ਮੌਤ ਤੋਂ ਬਾਅਦ MCA ਪਾਸ ਰਜਨੀ ਮਹਾਜਨ ਨੂੰ ਜਦ ਕੋਈ ਨੌਕਰੀ ਨਹੀਂ ਮਿਲੀ ਤਾਂ ਉਸਨੇ ਰਸੋਈ ਕਲਾ ਦੇ ਹੁਨਰ ਨੂੰ ਹੀ ਰੁਜ਼ਗਾਰ ਬਣਾ ਲਿਆ। ਰਜਨੀ ਦੇ ਸਿਰ ਉੱਤੇ ਇਸ ਸਮੇਂ ਨਜ਼ਰ ਗਵਾ ਚੁੱਕੇ ਬਜ਼ੁਰਗ ਸਹੁਰੇ ਅਤੇ ਸੱਸ ਤੋਂ ਇਲਾਵਾ 8 ਸਾਲਾ ਬੱਚੇ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਹੈ। ਸੜਕ ਤੇ ਖਾਣਾ ਵੇਚਣ ਮਗਰੋਂ ਵੀ ਰਜਨੀ ਨੂੰ ਆਪਣੇ ਪਰਿਵਾਰ ਪਾਲਣ 'ਚ ਮੁਸ਼ਕਿਲ ਆ ਰਹੀ ਹੈ। ਇਸ ਲਈ ਹੁਣ ਉਸਨੇ ਸਮਾਜ ਸੇਵੀ ਸੰਸਥਾਵਾਂ ਅੱਗੇ ਮਦਦ ਦੀ ਗੁਹਾਰ ਲਗਾਈ ਹੈ। 8 ਮਹੀਨਿਆਂ ਦੀ ਗਰਭਵਤੀ ਹੋਣ ਦੇ ਬਾਵਜੂਦ ਧਾਰੀਵਾਲ ਦੀ ਰਹਿਣ ਵਾਲੀ ਇੱਕ ਔਰਤ ਰਜਨੀ ਮਹਾਜਨ ਸੜਕ ਉੱਤੇ ਰਾਜਮਾ ਚੌਲ ਕੜੀ ਚੌਲ ਵੇਚਣ ਲਈ ਮਜਬੂਰ ਹੋ ਗਈ ਹੈ। 1.5 ਮਹੀਨੇ ਪਹਿਲਾਂ ਪਤੀ ਦੇ ਗੁਜ਼ਰ ਜਾਣ ਤੋਂ ਬਾਅਦ ਰਜਨੀ ਨੇ ਨੌਕਰੀ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ। MCA ਦੀ ਪੜ੍ਹਾਈ ਕੀਤੇ ਹੋਣ ਦੇ ਬਾਵਜੂਦ ਵੀ ਜਦ ਰਜਨੀ ਨੂੰ ਨੌਕਰੀ ਨਾ ਮਿਲੀ ਤਾਂ ਉਸਨੇ ਰਸੋਈ ਕਲਾ ਦੇ ਹੁਨਰ ਨੂੰ ਹੀ ਰੁਜ਼ਗਾਰ ਬਣਾ ਲਿਆ। ਰਜਨੀ ਦੇ ਸਿਰ ਉੱਤੇ ਇਸ ਸਮੇਂ ਨਜ਼ਰ ਗਵਾ ਚੁੱਕੇ ਬਜ਼ੁਰਗ ਸਹੁਰੇ ਅਤੇ ਸੱਸ ਤੋਂ ਇਲਾਵਾ 8 ਸਾਲਾ ਬੱਚੇ ਦੇ ਪਾਲਣ ਪੋਸ਼ਣ ਦੀ ਵੀ ਜ਼ਿੰਮੇਵਾਰੀ ਹੈ। ਰਜਨੀ ਦੀ ਭਰਜਾਈ ਮਹਿਕ ਤੜਕਸਾਰ ਆ ਕੇ ਭੋਜਨ ਬਣਾਉਣ ਅਤੇ ਗਾਹਕਾਂ ਨੂੰ ਖਿਲਾਉਣ 'ਚ ਉਸ ਦੀ ਮਦਦ ਕਰਦੀ ਹੈ। ਨਨਾਣ ਭਰਜਾਈ ਦੋਵੇਂ ਆਪਣੀ ਕਾਰ ਵਿੱਚ ਭੋਜਨ ਰੱਖ ਕੇ ਛੋਟੀ ਜਿਹੀ ਦੁਕਾਨ ਚਲਾ ਰਹੀਆਂ ਨੇ। ਇਸ ਤਰ੍ਹਾਂ ਰਜਨੀ ਰੋਜ਼ਾਨਾ 200 ਤੋਂ 300 ਰੁਪਏ ਕਮਾ ਰਹੀ ਹੈ, ਜਿਸ ਨਾਲ ਬੱਚੇ ਦੀ ਪੜ੍ਹਾਈ, ਉਸਦੀ ਅਤੇ ਉਸਦੇ ਸੱਸ ਸਹੁਰੇ ਦੀ ਦਵਾਈ ਦਾ ਖਰਚਾ ਵੀ ਬੜੀ ਮੁਸ਼ਕਿਲ ਨਾਲ ਚੱਲ ਰਿਹਾ ਹੈ। ਹੁਣ ਰਜਨੀ ਨੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਕਰਨ ਦੀ ਅਪੀਲ ਕੀਤੀ ਹੈ। ਤੇ ਮੈਂ ਇਹ ਕੰਮ ਮਹੀਨਾ ਹੋ ਗਿਆ ਸ਼ੁਰੂ ਕੀਤਾ ਹੈ, ਕਿਉਂਕਿ ਮੇਰੀ ਬਹੁਤ ਜ਼ਿਆਦਾ ਮਜਬੂਰੀ ਹੈ। ਮੇਰੇ ਘਰ ਸਹੁਰਾ ਸਾਹਿਬ ਆ, ਸੱਸ ਸਹੁਰਾ ਸਾਹਿਬ ਜਿਨ੍ਹਾਂ ਨੂੰ ਦਿਖਦਾ ਨਹੀਂ ਕੁਝ ਵੀ। ਮੇਰੇ ਘਰ ਇਨਕਮ ਸੋਰਸ ਕੋਈ ਨਹੀਂ ਹੈ। ਉਹੀ ਸੀ ਜਿਹੜਾ ਮੇਰਾ ਮਤਲਬ ਮੇਰੇ ਹਸਬੈਂਡ ਹੀ ਸੀ ਜਿਨ੍ਹਾਂ ਦੀ ਡੈਥ ਹੋ ਗਈ ਹੈ। ਹੁਣ ਉਹਨਾਂ ਤੋਂ ਬਾਅਦ ਸਿਰਫ ਮੈਂ ਹੀ ਹਾਂ। ਮੇਰਾ ਬੱਚਾ ਵਾ 8 ਸਾਲ ਦਾ, ਅੱਗੇ ਮੈਂ 8 ਮਹੀਨੇ ਦੀ ਪ੍ਰੈਗਨੈਂਟ ਹਾਂ। ਮੈਨੂੰ ਕਿਸੇ ਨੇ ਕੋਈ ਮਦਦ ਨਹੀਂ ਦਿੱਤੀ। ਸੋ ਉਹਨਾਂ ਨੇ ਸੁਸਾਈਡ ਕਰ ਲਈ ਸੀ। ਮੈਂ MCA ਕੀਤੀ ਹੈ। 200-300 ਰੁਪਇਆ ਰੋਜ਼ ਦਾ ਮਤਲਬ ਕਮਾ ਲੈਂਦੇ ਹਾਂ। ਭਾਜੀ ਮੈਂ ਆਪਣੇ ਬੱਚੇ ਦਾ ਖਰਚਾ ਕਰਨਾ ਹੁੰਦਾ, ਉਹਦੀ ਫੀਸਾਂ ਵੀ ਕਰਨੀਆਂ ਹੁੰਦੀਆਂ, ਆਪਣੀ ਮੈਡੀਸਿਨ ਵੀ ਕਰਨੀ ਹੁੰਦੀ ਹੈ। ਸਰਕਾਰ ਜਾਂ ਸਮਾਜ ਸੇਵੀ ਸੰਸਥਾਵਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ, ਅਪੀਲ ਕਰਨਾ ਚਾਹੁੰਦੇ ਹੋ? ਹਾਂਜੀ ਸਰ, ਵੈਸੇ ਤਾਂ ਉਹਨਾਂ ਨੇ ਹਜੇ ਤੱਕ ਮੇਰੀ ਕੋਈ ਮਦਦ ਨਹੀਂ ਕੀਤੀ, ਪਰ ਮੈਂ ਫਿਰ ਵੀ ਕਹਿੰਦੀ ਹਾਂ ਕਿ ਮੇਰੇ ਰੋਜ਼ਗਾਰ ਦਾ ਕੋਈ ਸਾਧਨ ਬਣਾ ਦੇਣ, ਜਿਸ ਕਰਕੇ ਮੈਂ ਆਪਣੇ ਬੱਚੇ ਤੇ ਸੱਸ ਸਹੁਰੇ ਦੀ ਦੇਖਭਾਲ ਤੇ ਉਹਨਾਂ ਦਾ ਖਰਚਾ ਕਰ ਸਕਾਂ। ਅਸੀਂ ਸਵੇਰੇ ਦੋਨੋਂ 6 ਵਜੇ ਉੱਠ ਕੇ ਆਪਣਾ ਕੰਮ ਸ਼ੁਰੂ ਕਰਦੇ ਹਾਂ, ਸਬਜ਼ੀ ਬਣਾਉਣੀ ਸ਼ੁਰੂ ਕਰਦੇ ਹਾਂ। ਅਸੀਂ 10-10:30 ਵਜੇ ਫ੍ਰੀ ਹੋ ਕੇ ਇੱਥੇ ਆ ਜਾਂਦੇ ਹਾਂ 11-11 ਵਜੇ ਤੱਕ। ਅਸੀਂ ਇਸ ਉਮੀਦ ਚਾਹੁੰਦੇ ਹਾਂ ਕਿ ਸਾਡਾ ਆ ਕੇ ਕੰਮ ਚੱਲੇ ਇੱਥੇ, ਕਿ ਅਸੀਂ ਜੋ ਸਮਾਨ ਬਣਾਇਆ ਉਹ ਸਾਡਾ ਵੇਸਟ ਨਾ ਹੋਏ, ਸਾਡਾ ਵਿਕ ਜਾਏ। ਬਟ ਇਹ ਹੈ ਕਿ ਸਾਨੂੰ ਹਾਲੇ ਤੱਕ ਵਧੀਆ ਰਿਸਪੌਂਸ ਨਹੀਂ ਮਿਲ ਰਿਹਾ ਇੱਥੋਂ, ਪਰ ਸਾਡੀ ਹੈਲਪ ਲਈ ਅੱਜ ਤੱਕ ਕੋਈ ਨਹੀਂ ਉੱਠਿਆ। ਦੱਸ ਦਈਏ ਕਿ ਰਜਨੀ ਦੇ ਪਤੀ ਵੱਲੋਂ ਆਤਮ ਹੱਤਿਆ ਕਰਨ ਤੋਂ ਬਾਅਦ ਉਸ ਦਾ ਪਰਿਵਾਰ ਮੁਸ਼ਕਿਲਾਂ 'ਚ ਘਿਰ ਗਿਆ। ਉਹ ਆਪਣੇ ਵੱਲੋਂ ਪੂਰੀ ਮਿਹਨਤ ਨਾਲ ਪਰਿਵਾਰ ਨੂੰ ਸਾਂਭਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਅਜੇ ਤੱਕ ਪੂਰੀ ਤਰ੍ਹਾਂ ਨਾਲ ਸਫਲਤਾ ਨਹੀਂ ਮਿਲ ਰਹੀ। ਇਹੀ ਕਾਰਨ ਹੈ ਕਿ ਹੁਣ ਰਜਨੀ ਤੇ ਉਸ ਦਾ ਪਰਿਵਾਰ ਸਮਾਜ ਸੇਵੀ ਸੰਸਥਾਵਾਂ ਅੱਗੇ ਮਦਦ ਦੀ ਗੁਹਾਰ ਲਗਾ ਰਿਹਾ ਹੈ। ਲੁਧਿਆਣਾ ਪੁਲਿਸ 'ਚ ਤੈਨਾਤ ਮਨੋਜ ਕੁਮਾਰ ਵੱਖਰੇ ਤਰੀਕੇ ਨਾਲ ਲੋਕਾਂ ਦੀ ਕੀਮਤੀ ਜਾਨਾਂ ਬਚਾਉਣ ਦਾ ਕੰਮ ਕਰ ਰਹੇ ਨੇ। ਬੀਤੇ ਦਿਨੀ ਜਦੋਂ ਮੋਹਨਦਈ ਕੈਂਸਰ ਹਸਪਤਾਲ 'ਚ ਭਰਤੀ 48 ਸਾਲਾ ਸਰਬਜੀਤ ਕੌਰ ਲਈ ਸਿੰਗਲ ਡੋਨਰ ਪਲੇਟਲੈਟਸ ਦੀ ਲੋੜ ਪਈ ਤਾਂ ਹੈੱਡ ਕਾਂਸਟੇਬਲ ਮਨੋਜ ਕੁਮਾਰ ਹਸਪਤਾਲ ਪੁੱਜ ਗਏ। ਹਸਪਤਾਲ 'ਚ ਦਾਖਲ ਔਰਤ ਦੇ ਸਿਰਫ 10,000 ਸੈੱਲ ਰਹਿ ਗਏ ਸਨ। ਉਸ ਦੀ ਜ਼ਿੰਦਗੀ ਬਚਾਉਣ ਲਈ ਸੈੱਲਾਂ ਦੀ ਲੋੜ ਸੀ। ਮਰੀਜ਼ ਲਈ ਸੈੱਲ ਡੋਨੇਟ ਕਰਨ ਤੋਂ ਬਾਅਦ ਦੁਬਾਰਾ ਨਾਕੇ ਤੇ ਪੁੱਜ ਕੇ ਮਨੋਜ ਕੁਮਾਰ ਨੇ ਡਿਊਟੀ ਕੀਤੀ। ਵੈਸੇ ਤਾਂ ਮਨੋਜ ਲੁਧਿਆਣਾ 'ਚ ਜੁਆਇੰਟ ਪੁਲਿਸ ਕਮਿਸ਼ਨਰ ਆਫ ਪੁਲਿਸ ਰੂਰਲ ਡਾਕਟਰ ਸਚਿਨ ਗੁਪਤਾ ਦੇ ਦਫ਼ਤਰ 'ਚ ਕੰਪਿਊਟਰ ਆਪਰੇਟਰ ਵਜੋਂ ਤੈਨਾਤ ਹੈ, ਪਰ ਆਜ਼ਾਦੀ ਦਿਹਾੜੇ ਕਾਰਨ ਲੁਧਿਆਣਾ ਵਿੱਚ ਵਧਾਈ ਗਈ ਸੁਰੱਖਿਆ ਦੇ ਚੱਲਦੇ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕੀਤੀ ਗਈ ਹੈ। ਦੱਸਦੀ ਕਿ 32 ਸਾਲਾ ਮਨੋਜ ਆਪਣੇ ਖੂਨ ਨਾਲ ਪਹਿਲਾਂ ਵੀ ਕਈ ਵਾਰ ਜ਼ਿੰਦਗੀਆਂ ਨੂੰ ਬਚਾਉਣ ਦਾ ਕੰਮ ਕਰ ਚੁੱਕੇ ਨੇ। ਮੈਨੂੰ 7:30 ਵਜੇ ਰਾਤੀ ਕਾਲ ਆਈ ਕਿ ਕੋਈ ਪੇਸ਼ੈਂਟ ਸੀਰੀਅਸ ਹੈ, ਉਹਨਾਂ ਦੇ ਲਾਸਟ ਕਾਊਂਟ ਪਲੇਟਲੈਟਸ ਦਾ 10,000 ਸੀ। ਤਾਂ ਮੈਂ ਆਪਣੇ ਸੀਨੀਅਰ ਅਫਸਰਾਂ ਦੀ ਹੁਕਮ ਦੀ
ਉਹਨਾਂ ਦੀ ਨੌਲੇਜ ਲਿਆ ਕੇ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਮੈਨੂੰ ਡਾਕਟਰ ਸਚਿਨ ਗੁਪਤਾ ਜੀ ਨੂੰ ਦੱਸਿਆ। ਉਹਨਾਂ ਨੇ ਮੈਨੂੰ ਕਿਹਾ, ਮੋਟੀਵੇਟ ਕੀਤਾ ਕਿ ਤੁਸੀਂ ਜਾਓ, ਤੁਹਾਡੀ ਜਗ੍ਹਾ 'ਤੇ ਡਿਊਟੀ ਵਾਸਤੇ ਕੋਈ ਰਿਲੀਵਰ ਹੋਰ ਭੇਜ ਦਿੰਦੇ ਹਾਂ। ਉਹਨਾਂ ਨੇ ਤੁਰੰਤ ਹੀ ਕਿਸੇ ਹੋਰ ਕਰਮਚਾਰੀ ਦੀ ਡਿਊਟੀ ਲਗਾਈ ਜੋ ਮੇਰੇ ਜਗ੍ਹਾ ਮੇਰੇ ਨਾਕੇ 'ਤੇ ਗਏ, ਅਤੇ ਉਹਨਾਂ ਦੇ ਆਉਣ ਤੋਂ ਬਾਅਦ ਮੈਂ ਫਿਰ ਆਪਣਾ ਬਲੱਡ ਸੈੱਲ ਦੇਣ ਵਾਸਤੇ ਫ੍ਰੀ ਮਾਈਂਡ ਹੋ ਕੇ ਗਿਆ। ਪਹਿਲਾਂ ਜੀ ਮੈਂ 9 ਵਾਰ ਬਲੱਡ ਦੇ ਚੁੱਕਿਆ ਜੀ, ਅਤੇ 3 ਵਾਰੀ ਮੈਂ ਹੁਣ ਤੱਕ SDP ਪਲੇਟਲੈਟ ਸੈੱਲ ਦਿੱਤੇ ਆ ਜੀ। ਅਤੇ ਹਰ ਵਾਰੀ ਪਲੇਟਲੈਟਸ ਦਾ ਉਦੋਂ ਹੀ ਮੈਨੂੰ ਕਾਲ ਆਉਂਦੀ ਹੈ ਜਦੋਂ ਲਾਸਟ ਕਾਊਂਟ ਨੇੜੇ ਨੀਅਰ ਅਬਾਊਟ 10,000 ਜਾਂ ਇਸ ਤੋਂ ਘੱਟ ਹੁੰਦਾ ਹੈ। ਅਤੇ ਮੈਨੂੰ ਵੀ ਪਤਾ ਜਦੋਂ ਮੈਨੂੰ ਕਾਲ ਆਉਂਦੀ ਹੈ, ਜਦੋਂ ਮੇਰੇ ਗਰੁੱਪ ਵਾਲੇ ਮੈਨੂੰ ਕਾਲ ਉਦੋਂ ਹੀ ਕਰਦੇ ਆ ਜਦੋਂ ਪੇਸ਼ੈਂਟ ਕਾਫੀ ਸੀਰੀਅਸ ਹੁੰਦਾ। ਇਸ ਲਈ ਮੈਂ ਕੋਈ ਨਾ ਕਿਸੇ ਤਰੀਕੇ ਉਹਨਾਂ ਕੋਲ ਪਹੁੰਚਣ ਦੀ ਕੋਸ਼ਿਸ਼ ਕਰਦਾ ਤੇ ਤਾਂ ਕਿ ਮੈਂ ਕਿਸੇ ਦੀ ਜਾਨ ਬਚਾ ਸਕਾਂ। ਇੱਕ ਪਾਸੇ 15 ਅਗਸਤ ਦੇ ਮੱਦੇਨਜ਼ਰ ਪੁਲਿਸ ਸਖਤ ਸੁਰੱਖਿਆ ਪ੍ਰਬੰਧਾਂ ਦੇ ਦਾਅਵੇ ਠੋਕ ਰਹੀ ਹੈ। ਠੀਕ ਉਸੇ ਵੇਲੇ ਫਿਰੋਜ਼ਪੁਰ ਦੇ ਪੋਸ਼ ਇਲਾਕੇ ਇੱਛੇਵਾਲਾ ਰੋਡ ਤੇ ਹਥਿਆਰਾਂ ਨਾਲ ਲੈਸ ਮੋਟਰਸਾਈਕਲ ਸਵਾਰ 2 ਬਦਮਾਸ਼ ਇੱਕ ਦੁਕਾਨਦਾਰ ਤੋਂ ਨਕਦੀ ਖੋਹ ਕੇ ਲੈ ਗਏ। ਘਟਨਾ ਸਵੇਰੇ 7 ਵਜੇ ਦੇ ਕਰੀਬ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਆਜ਼ਾਦ ਕਰਿਆਨਾ ਅਤੇ ਡਿਪਾਰਟਮੈਂਟਲ ਸਟੋਰ ਦੇ ਮਾਲਕ ਰਿੰਕੂ ਚਾਵਲਾ ਤੇ ਉਹਨਾਂ ਦੇ ਪਿਤਾ ਲੋੜੀਂਦੇ ਸਮਾਨ ਮੰਗਵਾਉਣ ਲਈ ਪੈਸੇ ਗਿਣ ਰਹੇ ਸਨ। ਇਸ ਦੌਰਾਨ ਪਿਸਤੌਲ ਲੈ ਕੇ ਇੱਕ ਲੁਟੇਰਾ ਦੁਕਾਨ ਤੇ ਆਇਆ ਅਤੇ ਪਿਸਤੌਲ ਵਿਖਾ ਕੇ ਕੈਸ਼ ਖੋਹ ਲਿਆ। ਇਸ ਮਗਰੋਂ ਲੁਟੇਰਾ ਆਪਣੇ ਸਾਥੀ ਨਾਲ ਬਾਈਕ ਉੱਤੇ ਬੈਠ ਕੇ ਫਰਾਰ ਹੋ ਗਿਆ। ਇਸ ਵਾਰਦਾਤ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ, ਜਿਸ ਮਗਰੋਂ ਪੁਲਿਸ ਨੇ ਆਪਣੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਇਸ ਪੂਰੀ ਘਟਨਾ ਦੀ CCTV ਫੁਟੇਜ ਵੀ ਸਾਹਮਣੇ ਆ ਗਈ ਹੈ। ਉਹਨਾਂ ਸਿੱਧਾ ਪਿਸਟਲ ਹੀ ਅੱਗੇ ਕਰਤੀ। ਜਦੋਂ ਪਿਸਟਲ ਅੱਗੇ ਕੀਤੀ, ਮਤਲਬ ਕਿ ਮੇਰਾ ਗੱਲਾ ਖੁੱਲ੍ਹਾ ਹੋਇਆ ਸੀਗਾ ਤੇ ਮੈਂ ਪੈਸੇ ਗਿਣਦਾ ਪਿਆ। ਮੈਂ ਘਰੋਂ 3000 ਰੁਪਏ ਲੈ ਕੇ ਆਇਆ। 1943 ਰੁਪਏ ਗਿਣ ਕੇ ਨਾਲ ਮੈਂ ਛੋਟੀ ਪਰਚੀ ਬਣਾ ਕੇ ਪਾਪਾ ਨੂੰ ਫੜਾਈ ਹੈ ਕਿ ਤੁਸੀਂ ਪਰਚੀ ਲੈ ਜਾਓ ਤੇ ਨਾਲੇ ਮੈਨੂੰ ਦੁੱਧ ਲਿਆ ਦਿਓ। ਅੱਜ ਉਹਨੇ ਆਣਾ ਨਹੀਂ, ਉਹ ਬਾਹਰ ਗਿਆ ਹੋਇਆ। ਤੇ ਬਾਕੀ 1100 ਰੁਪਏ ਮੇਰੇ ਹੱਥ 'ਚ ਫੜਾਇਆ। ਉਹਨੂੰ ਮੈਂ ਗਿਣਦਾ ਪਿਆ, ਬਾਹਰੋਂ ਆਇਆ ਆ ਕੇ ਉਹਨੇ ਮੇਰੇ ਵੱਲ ਤਾਂ ਦੇਖਿਆ ਹੀ ਨਹੀਂ। ਥੋੜ੍ਹਾ ਗੱਲਾ ਖੁੱਲ੍ਹਾ ਸੀ, ਉਹਨੇ ਪੂਰਾ ਗੱਲਾ ਖੋਲ੍ਹਿਆ। ਗੱਲੇ ਵਿੱਚ ਕੁਛ ਨਹੀਂ ਹੈਗਾ ਸੀਗਾ ਕਿਉਂਕਿ ਰਾਤੀ ਕਰ ਲਿਆ ਸੀ ਥੋੜ੍ਹੇ ਬਹੁਤੇ ਜਿੰਨੇ ਹੁੰਦੇ ਨੇ। ਉਹ ਗੱਲਾਂ ਨੇ ਬੰਦ ਕੀਤਾ, ਸਿੱਧਾ ਪਾਪੇ ਨਾਲ ਚਲਾ ਗਿਆ। ਪਾਪੇ ਜੇ ਝੱਟ ਮਾਰਿਆ, ਉਹਦੇ ਵੀ ਸਾਡਾ ਦਿਮਾਗ ਨਹੀਂ ਕੰਮ ਕੀਤਾ। ਮੇਰਾ 1-2 ਦੋਸਤ ਹੈਗੇ ਨੇ, ਉਹ ਸਾਡਾ ਮਜ਼ਾਕ ਕਰਦੇ ਨੇ ਐਵੇਂ। ਮੈਂ ਕਿਤੇ ਉਹ ਹੈ, ਮੈਂ ਫਿਰ ਉਹਨੂੰ ਪਾਸੇ ਕੀਤਾ। ਮੈਂ ਜਿਹਨਾਂ ਨੇ ਪਿਸਟਲ ਹੀ ਕੱਢ ਕੇ ਤੇ ਐਸਾ ਲੋਡ ਕੀਤੀ, ਉਦੋਂ ਤਾਂ ਦਿਮਾਗ ਹੀ ਹਿੱਲ ਗਿਆ। ਤੇ ਮੈਂ ਕਿਹਾ ਵੀਰੇ ਗੋਲੀ ਨਾ ਮਾਰੀ, ਤੂੰ ਪੈਸੇ ਲੈ ਜਾ ਜਿੰਨੇ ਕੋਈ ਹੈਗੇ ਨੇ ਸਾਡੇ ਕੋਲ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਇੱਕ ਵਾਰ ਫਿਰ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਕਰੋਨਾ ਦੀ ਤੀਜੀ ਲਹਿਰ ਰੋਕਣ ਲਈ ਪੰਜਾਬ ਸਰਕਾਰ ਨੇ ਲਏ ਵੱਡੇ ਫੈਸਲੇ। ਸੂਬੇ ਅੰਦਰ ਦਾਖਲ ਹੋਣ ਵਾਲਿਆਂ ਲਈ ਕਰੋਨਾ ਨੈਗੇਟਿਵ ਰਿਪੋਰਟ ਕੀਤੀ ਲਾਜ਼ਮੀ। ਸਕੂਲਾਂ 'ਚ ਕਰੋਨਾ ਰੋਕੂ ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣ ਵਾਲੇ ਅਧਿਆਪਕਾਂ ਨੂੰ ਹੀ ਹੋਵੇਗੀ ਪੜਾਉਣ ਦੀ ਇਜਾਜ਼ਤ। 15 ਅਗਸਤ ਲਈ ਹਰਿਆਣਾ ਦੇ ਕਿਸਾਨਾਂ ਦਾ ਵੱਡਾ ਐਲਾਨ। ਕੁਰੂਕਸ਼ੇਤਰ ਤੋਂ ਸਿੰਘੂ ਬਾਰਡਰ ਤੱਕ ਤਿਰੰਗਾ ਯਾਤਰਾ ਕੱਢਣ ਦੀ ਕੀਤੀ ਤਿਆਰੀ। ਪੰਜਾਬ ਦੇ ਕਿਸਾਨ ਵੀ ਆਪੋ ਆਪਣੀਆਂ ਗੱਡੀਆਂ ਤੇ ਟਰੈਕਟਰਾਂ ਤੇ ਲਗਾਉਣਗੇ ਤਿਰੰਗੇ ਝੰਡੇ। ਕਿਸਾਨਾਂ ਨੇ ਭਾਜਪਾ ਤੋਂ ਲਿਆ ਲਾਲ ਕਿਲੇ ਦਾ ਬਦਲਾ। ਲੁਧਿਆਣਾ ਦੇ ਵਿਸ਼ਕਰਮਾ ਚੌਂਕ ਤੋਂ ਉਤਰਵਾਏ ਭਾਜਪਾ ਦੇ ਝੰਡੇ। ਕਿਸਾਨਾਂ ਨੇ ਕਿਹਾ, ਭਾਜਪਾ ਨੂੰ ਆਜ਼ਾਦੀ ਦਿਹਾੜੇ ਤੇ ਆਪਣੀ ਪਾਰਟੀ ਦੇ ਝੰਡੇ ਲਹਿਰਾਉਣ ਦਾ ਨਹੀਂ ਕੋਈ ਅਧਿਕਾਰ। ਅਟਾਰੀ ਵਾਘਾ ਸਰਹੱਦ ਤੇ BSF ਤੇ ਪਾਕਿਸਤਾਨ ਰੇਂਜਰਸ ਨੇ ਕੀਤਾ ਮਠਾਈਆਂ ਦਾ ਆਦਾਨ ਪ੍ਰਦਾਨ। ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਤੇ ਰੇਂਜਰਸ ਨੇ ਵੰਡੀ ਮਠਿਆਈ। ਭਾਰਤ ਵੱਲੋਂ ਵੀ ਕੱਲ ਪਾਕਿਸਤਾਨ ਨਾਲ ਸਾਂਝੀ ਕੀਤੀ ਜਾਵੇਗੀ ਆਜ਼ਾਦੀ ਦੀ ਖੁਸ਼ੀ। ਅਤੇ ਹੈਰਾਨ ਹੋਏ ਰਾਜਾ ਵੜਿੰਗ ਦੇ ਘਰ ਧਰਨਾ ਦੇਣ ਪਹੁੰਚੇ ਅਧਿਆਪਕ। ਰਾਜਾ ਵੜਿੰਗ ਅਧਿਆਪਕਾਂ ਦੇ ਨਾਲ ਹੀ ਆਪ ਵੀ ਧਰਨੇ ਤੇ ਬੈਠੇ। ਅਧਿਆਪਕਾਂ ਦੀਆਂ ਮੰਗਾਂ ਨੂੰ ਰਾਜਾ ਵੜਿੰਗ ਨੇ ਸਰਕਾਰ ਅੱਗੇ ਰੱਖਣ ਦਾ ਦਿੱਤਾ ਭਰੋਸਾ। ਇਸ ਦੇ ਨਾਲ ਹੀ ਮੈਨੂੰ ਯਾਨੀ ਮਨਪ੍ਰੀਤ ਕਾਲੂ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ।